Good morning, dear students. Myself, Parjinder Kaur, Vocational Mistress, Sarkari Senior Secondary School, Rotol. Import and Export Management Rate ਦਾ Export Management subject ਅਸੀਂ ਸਟੱਡੀ ਕਰ ਰਹੇ ਹਾਂ। ਸੋ ਕੁਝ ਟੌਪਿਕਸ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ, ਜਿਹੜੇ ਮੈਂ ਟਿਕ ਲਗਾਏ ਆ ਉਹ ਕਵਰ ਹੋ ਚੁੱਕੇ ਆ। ਤੇ ਅੱਜ ਜਿਹੜਾ ਟੌਪਿਕ ਅਸੀਂ ਸਟੱਡੀ ਕਰਨਾ ਹੈ ਐਜ਼ ਪਰ ਦਾ ਸਿਲੇਬਸ ਉਹ ਹੈਗਾ ਹੈ ਨੇਮਿੰਗ ਦ ਬਿਜ਼ਨਸ। ਇਹ ਟੌਪਿਕ ਨੰਬਰ 7 ਹੈ ਤੁਹਾਡੇ ਸਿਲੇਬਸ ਦਾ। ਵਪਾਰ ਨੂੰ ਨਾਮ ਦੇਣਾ ਜਾਂ ਨਾਮਕਰਨ ਕਰਨਾ ਬਹੁਤ ਹੀ ਇੰਟਰਸਟਿੰਗ ਤੇ ਈਜ਼ੀ ਟੌਪਿਕ ਹੈਗਾ ਹੈ। ਦੇਖੋ, ਵਪਾਰ ਦਾ ਨਾਮ ਸਾਡੇ ਵਾਸਤੇ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਬ੍ਰਾਂਡ ਦਾ ਜਿਹੜਾ ਵੀ ਨੇਮ ਇਸਟੈਬਲਿਸ਼ ਹੋ ਜਾਂਦਾ ਹੈ ਉਹਦੇ ਹੀ ਹਿਸਾਬ ਦੇ ਨਾਲ ਬਿਜ਼ਨਸ ਨੂੰ ਜੱਜ ਕੀਤਾ ਜਾਂਦਾ ਹੈ, ਉਸ ਦੀ ਕਾਬਲੀਅਤ ਨੂੰ ਵੇਖਿਆ ਜਾਂਦਾ ਹੈ। ਨਾਮ ਦੇ ਆਧਾਰ 'ਤੇ ਹੀ ਬਿਜ਼ਨਸ ਦੀ ਇੱਕ ਗੁੱਡਵਿਲ, ਇੱਕ ਉਸ ਦਾ ਨਾਮ ਸਾਰੇ ਮਾਰਕੀਟ ਦੇ ਵਿੱਚ ਬਣ ਜਾਂਦਾ ਹੈ। ਸੋ ਨਾਮ ਜਿਹੜਾ ਹੈਗਾ ਹੈ ਉਹ ਬਹੁਤ ਹੀ ਸੋਚ ਸਮਝ ਕੇ, ਬਹੁਤ ਹੀ ਧਿਆਨ ਦੇ ਨਾਲ ਸਿਲੈਕਟ ਕਰਨ ਵਾਲੀ ਚੀਜ਼ ਹੈ। ਬਹੁਤ ਸਾਰੇ ਆਡੀਅנס, ਮੋਰ ਦੈਨ 50% ਆਡੀਅנס ਬਾਰ-ਬਾਰ ਉਹੀ ਪ੍ਰੋਡਕਟ ਖਰੀਦਦੇ ਆ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਸੁਣਿਆ ਹੁੰਦਾ ਹੈ, ਜਿਨ੍ਹਾਂ ਦੇ ਨਾਮ ਬਾਰੇ ਉਹਨਾਂ ਨੂੰ ਪਤਾ ਹੁੰਦਾ ਹੈ। ਚਾਹੇ ਉਸ ਦੇ ਪ੍ਰੋਡਕਟ ਮਹਿੰਗੇ ਵੀ ਹੋਣ, ਅਸੀਂ ਕੰਪੈਰੀਜ਼ਨ ਕਰ ਲੈਂਦੇ ਹਾਂ। ਚਾਹੇ ਕੋਈ ਚੀਜ਼ ਦੂਸਰੇ ਬ੍ਰਾਂਡ ਦੀ ਸਾਨੂੰ ਘੱਟ ਰੇਟ 'ਚ ਵੀ ਮਿਲ ਰਹੀ ਹੈ, ਪਰ ਜਿਹੜਾ ਬ੍ਰਾਂਡ ਇਸਟੈਬਲਿਸ਼ ਹੋ ਚੁੱਕਿਆ ਹੈ ਸਾਡੇ ਮਾਈਂਡ ਦੇ ਵਿੱਚ, ਜਿਹਦੇ ਨਾਲ ਅਸੀਂ ਇੱਕ ਕਹਿ ਲਓ ਕਿ ਆਪਣਾ ਰਿਲੇਸ਼ਨਸ਼ਿਪ ਵਧੀਆ ਬਣਾ ਲਿਆ, ਅਸੀਂ ਬਾਰ-ਬਾਰ ਉਸੇ ਬ੍ਰਾਂਡ ਦੇ ਪ੍ਰੋਡਕਟ ਨੂੰ ਖਰੀਦਦੇ ਹਾਂ। ਸੋ ਵਪਾਰ ਦਾ ਨਾਮ ਸਿਲੈਕਟ ਕਰਨ ਲਈ ਬਹੁਤ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਹੁੰਦੀਆਂ ਹੈ। ਇਸ ਤੋਂ ਪਹਿਲਾਂ ਮੈਂ ਡਿਸਕਸ ਕਰੂੰਗੀ ਤੁਹਾਡੇ ਨਾਲ ਕਿ ਵਪਾਰ ਨੂੰ ਨਾਮ ਦੇਣ ਜਾਂ ਨਾਮਕਰਨ ਕਰਨ ਦੇ ਦੋ ਇੰਪੋਰਟੈਂਟ ਪਹਿਲੂ ਹੁੰਦੇ ਆ। ਪਹਿਲਾ ਤੇ ਹੈਗਾ ਹੈ ਉਸ ਦਾ ਨਾਮ ਤੈਅ ਕਰਨਾ ਤੇ ਦੂਸਰਾ ਹੈਗਾ ਉਸ ਨਾਮ ਨੂੰ ਮਨਜ਼ੂਰ ਕਰਵਾਉਣਾ। ਬਿਜ਼ਨਸ ਦਾ ਨਾਮ ਤੇ ਅਸੀਂ ਸੋਚ ਕੇ ਕੁਝ ਵੀ ਡਿਸਾਈਡ ਕਰਕੇ ਰੱਖ ਸਕਦੇ ਹਾਂ, ਪਰ ਜਦੋਂ ਤੱਕ ਅਸੀਂ ਉਸ ਨੂੰ ਮਨਜ਼ੂਰ ਨਹੀਂ ਕਰਵਾਉਂਦੇ, ਉਸ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ, ਉਹ ਕਹਿ ਲਓ ਕਿ ਸਾਡੇ ਇੱਕ ਤਰ੍ਹਾਂ ਦਾ ਉਸ 'ਤੇ ਅਧਿਕਾਰ ਨਹੀਂ ਰਹਿ ਜਾਂਦਾ। ਇਹ ਵੀ ਹੋ ਸਕਦਾ ਹੈ ਕਿ ਅਸੀਂ ਆਪਣਾ ਨਾਮ ਰੱਖ ਲਿਆ, ਰਜਿਸਟ੍ਰੇਸ਼ਨ ਨਹੀਂ ਕਰਵਾਈ, ਕੁਝ ਸਮੇਂ ਬਾਅਦ, ਕੁਝ ਮਹੀਨੇ ਬਾਅਦ ਜਾਂ ਸਾਲ ਬਾਅਦ ਕੋਈ ਦੂਸਰੀ ਕੰਪਨੀ ਉਸੇ ਹੀ ਨਾਮ ਦੀ ਮਾਰਕੀਟ ਦੇ ਵਿੱਚ ਆ ਜਾਏ, ਫਿਰ ਉਸ ਵੇਲੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਤਾਂ ਸਾਡਾ ਨਾਮ ਸੀਗਾ। ਸੋ ਆਪਣੇ ਨਾਮ ਦੀ ਇੱਕ ਵੱਖਰੀ ਆਈਡੈਂਟੀਟੀ ਰੱਖਣ ਲਈ, ਆਪਣੇ ਬਿਜ਼ਨਸ ਦੀ ਇੱਕ ਵੱਖਰੀ ਇਮੇਜ ਰੱਖਣ ਲਈ ਸਾਨੂੰ ਉਸ ਨਾਮ ਦੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਤਾਂ ਕਿ ਉਸ ਨਾਮ ਨੂੰ ਕੋਈ ਦੂਸਰਾ ਜਣਾ ਇਸਤੇਮਾਲ ਨਾ ਕਰ ਸਕੇ। ਹੁਣ ਅਸੀਂ ਚੱਲਦੇ ਹਾਂ ਅੱਗੇ ਆਪਣੇ ਟੌਪਿਕ ਵੱਲ, ਨੇਮਿੰਗ ਦਾ ਬਿਜ਼ਨਸ। ਤੁਸੀਂ ਵੇਖੋ ਸਕਰੀਨ ਦੇ ਉੱਤੇ ਨੇਮ ਲਿਖੇ ਹੋਏ ਆ, ਇਹ ਸਾਰੇ ਬ੍ਰਾਂਡ ਦੇ ਨੇਮ ਹੈਗੇ ਆ ਜਿਹੜੇ ਕਿ ਇਸਟੈਬਲਿਸ਼ ਹੋ ਚੁੱਕੇ ਆ, ਨਾਮ ਬਣ ਚੁੱਕੇ ਆ। ਫਿਰ ਜਦੋਂ ਵੀ ਬਿਜ਼ਨਸ ਵਪਾਰ ਕਰਦਾ ਉਹ ਇਹਨਾਂ ਨਾਮ ਦੇ ਆਧਾਰ 'ਤੇ ਹੀ ਵਪਾਰ ਕਰਦਾ ਹੈ। ਨਾਇਕ, ਐਮਾਜ਼ੋਨ, ਗੂਗਲ, ਇਹ ਸਾਰੀਆਂ ਕੰਪਨੀਜ਼ ਜੋ ਵੀ ਮੈਂ ਲਿਖੀਆਂ ਹੈਗੀਆਂ ਹੈ, ਇਹ ਬ੍ਰਾਂਡ ਇਹਨਾਂ ਦੇ ਇਸਟੈਬਲਿਸ਼ ਕਰ ਚੁੱਕੇ ਹੈ, ਨਾਮ ਰੱਖੇ ਹੋਏ ਆ, ਇਹਨਾਂ ਨਾਮ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਸੋ ਇਸ ਟ੍ਰੇਡਮਾਰਕ ਦੇ ਅੰਡਰ ਹੀ ਉਹ ਆਪਣੇ ਪ੍ਰੋਡਕਟ ਵੇਚਦੇ ਆ ਜਾਂ ਆਪਣਾ ਵਪਾਰ ਕਰਦੇ ਆ ਜਾਂ ਆਪਣੀਆਂ ਸਰਵਿਸਿਜ਼ ਦਿੰਦੇ ਹੈਗੇ ਆ। ਹੁਣ ਨਾਮ ਸਿਲੈਕਸ਼ਨ ਦੇ ਕੁਝ ਇੰਪੋਰਟੈਂਟ ਪਹਿਲੂ ਜਿਹੜੇ ਅਸੀਂ ਡਿਸਕਸ ਕਰਾਂਗੇ ਕਿ ਜਦੋਂ ਅਸੀਂ ਨਵਾਂ ਨਾਮ ਰੱਖਣਾ ਹੈ ਬਿਜ਼ਨਸ ਦਾ, ਤੇ ਕਿਹੜੀਆਂ-ਕਿਹੜੀਆਂ ਗੱਲਾਂ ਹੈ ਜਿਹੜੀਆਂ ਅਸੀਂ ਆਪਣੇ ਧਿਆਨ ਦੇ ਵਿੱਚ ਰੱਖਣੀਆਂ ਹੈ। ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਆ ਉਹ ਹੈਗੀ ਆ ਕਿ ਵਪਾਰ ਦੇ ਤੱਤਾਂ ਨੂੰ ਦਰਸਾਉਣ ਵਾਲਾ ਨਾਮ ਹੋਣਾ ਚਾਹੀਦਾ ਹੈ। ਸਾਡਾ ਬਿਜ਼ਨਸ ਕਿਸ ਚੀਜ਼ ਦੇ ਬਾਰੇ ਹੈ ਉਹ ਸਾਡੇ ਨਾਮ ਦੇ ਵਿੱਚ ਹੀ ਸਾਨੂੰ ਆਡੀਅנס ਨੂੰ ਪਤਾ ਲੱਗ ਜਾਣਾ ਚਾਹੀਦਾ ਹੈ। ਜਿੰਨੇ ਵੀ ਸਾਡੇ ਕਸਟਮਰ ਆ, ਨਾਮ ਨੂੰ ਸੁਣਦੇ ਹੀ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਬਿਜ਼ਨਸ ਕਿਸ ਚੀਜ਼ ਦੇ ਬਾਰੇ ਹੈ। ਜੇ ਕੋਈ ਬੇਬੀ ਪ੍ਰੋਡਕਟਸ ਹੈਗੇ ਆ ਤੇ ਉਸ ਦਾ ਨਾਮ, ਜਿਵੇਂ ਬੇਬੀ ਪ੍ਰੋਡਕਟ ਦੀ ਇੱਕ ਕੰਪਨੀ ਹੈਗੀ ਹੈ, ਇਟਸ ਮੀ MEE। ਸੋ ਇਹ ਨਾਮ ਸੁਣਦੇ ਹੀ ਪਤਾ ਲੱਗ ਜਾਂਦਾ ਕਿ ਹਾਂ ਕੋਈ ਬੱਚਿਆਂ ਦੇ ਨਾਲ ਰਿਲੇਟਡ ਪ੍ਰੋਡਕਟ ਹੈਗਾ ਵਾ। ਸੋ ਇਸ ਤੱਤ ਨੂੰ ਅਸੀਂ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਸੋਚ ਸਮਝ ਕੇ ਕਿ ਸਾਡੇ ਆਡੀਅנס ਸਟੂਡੈਂਟਸ ਹੈਗੇ ਆ ਜਾਂ ਯੰਗਸਟਰ ਆ ਜਾਂ ਓਲਡ ਏਜ ਆ ਜਾਂ ਛੋਟੇ ਬੱਚੇ ਆ, ਇਨਫੈਂਟਸ ਹੈਗੇ ਆ, ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਅਸੀਂ ਆਪਣਾ ਬ੍ਰਾਂਡ ਦਾ ਨਾਮ ਸਿਲੈਕਟ ਕਰਨਾ ਹੈ। ਦੂਸਰਾ ਜਿਹੜਾ ਇੰਪੋਰਟੈਂਟ ਤੱਤ ਅਸੀਂ ਧਿਆਨ 'ਚ ਰੱਖਣਾ ਹੈ ਉਹ ਹੈਗਾ ਹੈ ਕਿ ਉਸ ਨਾਮ ਦਾ ਦੂਜੀਆਂ ਭਾਸ਼ਾਵਾਂ ਦੇ ਵਿੱਚ ਕੀ ਅਰਥ ਹੈ। ਅਸੀਂ ਆਪਣਾ ਬਿਜ਼ਨਸ ਇਸਟੈਬਲਿਸ਼ ਕਰ ਲੈਂਦੇ ਹਾਂ, ਨਾਮ ਵੀ ਰੱਖ ਲੈਂਦੇ ਹਾਂ, ਪਰ ਜਦੋਂ ਅਸੀਂ ਕਿਸੇ ਦੂਸਰੇ ਦੇਸ਼ ਦੇ ਨਾਲ ਵਪਾਰ ਕਰਨਾ ਹੁੰਦਾ ਹੈ ਜਾਂ ਕਿਸੇ ਇਹੋ ਜਿਹੇ ਕਹਿ ਲਓ ਕਿ ਮੁਲਕ ਦੇ ਨਾਲ ਅਸੀਂ ਵਪਾਰ ਕਰਨਾ ਹੈ ਜਿਸ ਮੁਲਕ ਦੇ ਵਿੱਚ ਉਸ ਨਾਮ ਦਾ ਕੁਝ ਅਲੱਗ ਮੀਨਿੰਗ ਨਿਕਲਦਾ ਹੋਵੇ ਜਾਂ ਕੁਝ ਗਲਤ ਮੀਨਿੰਗ ਜਾਂ ਕਿਸੇ ਦੀ ਮਾਨਸਿਕ ਭਾਵਨਾ ਨੂੰ ਉਹ ਠੇਸ ਪਹੁੰਚਾਉਂਦਾ ਹੋਵੇ, ਤੇ ਉਹ ਜ਼ਾਹਿਰ ਹੈ ਕਿ ਸਾਡੇ ਬਿਜ਼ਨਸ ਵਾਸਤੇ ਕੋਈ ਚੰਗੀ ਗੱਲ ਨਹੀਂ ਹੋਊਗੀ। ਸੋ ਸਾਨੂੰ ਆਪਣੇ ਨਾਮ ਦਾ ਮੀਨਿੰਗ ਬਹੁਤ ਹੀ ਸੋਚ ਸਮਝ ਕੇ ਰੱਖਣਾ ਚਾਹੀਦਾ ਹੈ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਦਾ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਕੋਈ ਇਹੋ ਜਿਹਾ ਮੀਨਿੰਗ ਨਾ ਨਿਕਲਦਾ ਹੋਵੇ ਜਿਹੜਾ ਕਿਸੇ ਨੂੰ ਠੇਸ ਪਹੁੰਚਾਵੇ। ਅਗਲਾ ਜਿਹੜਾ ਤੱਤ ਅਸੀਂ ਧਿਆਨ 'ਚ ਰੱਖਣਾ ਹੈ ਉਹ ਹੈਗਾ ਕਿ ਇਹ ਨਾਮ ਆਸਾਨੀ ਨਾਲ ਲਿਆ ਜਾਣ ਵਾਲਾ ਹੋਣਾ ਚਾਹੀਦਾ ਹੈ।
कॉम्प्लीकेटेड नाम असी नहीं रखने। तुसी पिछे मैं तुहानू स्लाइड्स से जड़ियाँ एग्जाम्पल भी दित्तियां सी, देखो तुसी नाम बहुत छोटे छोटे नाम सीगे, कोई ऐदा लंबा चौड़ा नाम नहीं सीगा बिजनेस का कि जिहड़ा कि कस्टमर नू याद करना या उस दे बारे सोचना उन्होंने मुश्किल लगता होवे। तुहानू मैं एग्जाम्पल दिंदी हाँ, एक कंपनी सीगी जापान की कंपनी जिहड़ी कि टेप रिकॉर्डर बनाती सीगी, उसका नाम स्टार्टिंग दे विच सीगा टूशिन कोगियो, ठीक है। सो उस ब्रांड के नाम के नाल जे कोई अपने प्रोडक्ट नू वेचदा ते लोकां वास्ते वो नाम याद रखना बहुत मुश्किल सीगा। फिर 1958 दे विच जाके उस कंपनी ने अपना नाम चेंज करके एक सिंपल नाम रखिया, जिसका लैटिन वर्ड रखिया, एक उसका मीनिंग सीगा साउंड, जिसनों असी अज सोनी के नाम तो जानते, SONY। बहुत ईजी है, हर कोई उस नाम नू लै सकता है, तो अज सोनी एक बहुत वड्डे मार्केट ते कब्जा भी कर चुका है। सो जे असी उसका पुराना नाम टोक्यो सुशिन कोगियो रखिया हुंदा उस कंपनी ने, तो वह अज लोगों वास्ते इन्ना फैमिलीयर नहीं ही हो सकता, तो ना लोग उसनों याद रख सकते सी। सो इस चीज़ नूं भी बहुत ज़्यादा ध्यान च रखना चाहिए है कि वह नाम ईजी तो बहुत ही आराम दे नाल लैन वाला होना चाहिए है। प्लस अगली चीज़ जे असी एक्सपोर्ट के बिजनेस की गल करते हैं तो साडे नाम दे विच कुछ वर्ड्स इहो जिहे होने चाहिए जितों ये जाहिर होवे कि असी एक्सपोर्ट का या इंपोर्ट का काम कर रहे हैं, लाइक वर्ल्ड वाइड, ग्लोबल, इंटरनैशनल या इंपोर्ट एक्सपोर्ट शब्दों का प्रयोग असी अपने नाम दे विच कर सकते हैं। अगला जिहड़ा लास्ट पॉइंट कह लो कि वह हैगा टारगेट ऑडियंस। असी किहो जिहे लोकां दे उत्ते टारगेट कर रहे हैं, साडा नाम भी उदां दा ही होना चाहिए। जे बच्चों के प्रोडक्ट आ तो वेखो ब्रांड नेम हैगा फर्स्ट क्राई, ठीक है। फर्स्ट क्राई का मतलब की है पहला रोन की आवाज़ जिहड़ी उसनूं फर्स्ट क्राई कहा जाता है। तो ये इन्फेंट के बच्चों के जिहड़े बहुत छोटे बच्चे हैगे आ उन्हां दे प्रोडक्ट्स के नाल डील करते हैं। सो की है नाम भी इहो जिहा है जिहड़ा कि ऑडियंस नूं टारगेट कर रहा है। सो ये सारियां गल्लां असीं ध्यान च रख के ते फिर ही नाम सिलैक्ट करना है। इस तो अगे असीं वधदे हां कि नाम असीं सिलैक्ट कर चुके हैं, उस नेम की जिहड़ी अप्रूवल हैगी है, ठीक है, उस नाम नूं मंजूर कराना है। ये भी बहुत ज़्यादा इंपॉर्टेंट एक स्टैप हैगा है नाम अप्रूव करवाने का। तो रजिस्ट्रेशन वास्ते भी सानूं एक दो गल्लां ध्यान च रखनियां चाहिए हैं। पहला तो यह है कि जो असी अपना नाम लिख रहे हैं उत्थे रजिस्ट्रेशन करवान गए हैं, चाहे ऑनलाइन है चाहे ऑफलाइन है, सानू अपने कंपनी के नाम का पहला अखर कैपिटल लिखना नहीं भुलना है। जे मान लो असी गलती दे नाल कैपिटल अखर दे विच उस कंपनी की रजिस्ट्रेशन नहीं करवाते तो कंपनी तो होने दे विच आ जाती है, नाम भी उसका मंजूर हो जाता है। पर कल नूं जदों किसी दे नाल कोई डील करनी पैंदी, कोई लैटर्स लिखनियां पैंदियां, जिवें वेखो एग्जाम्पल च मैं लिखे कि वी द ओनर्स ऑफ ग्लोबल लिमिटेड। और ग्लोबल लिमिटेड एक कंपनी का नाम है जिहड़ा कि स्मॉल अल्फाबेट च लिखा होया है, बट वो लाइन दे विच ही मर्ज हो गया है तो वो इन्ना ज़्यादा हाईलाइट होकर बाहर नहीं नज़र आता। तो उसकी जगह नीचे जो उही नाम कैपिटल च लिखा है, जिवें वी द ओनर्स ऑफ ग्लोबल लिमिटेड सैकेंड लाइन में लिखा है, तो वो एक उभर के सामने आ रहा है। इसका इन्ना ज़्यादा कोई इंपैक्ट नहीं पैंदा, पर यह बहुत ही मामूली जी गल है जिहड़ी कई बारी असी अपने ध्यान च नहीं रखते, पर यह गल साडे ध्यान च होनी बहुत जरूरी है। उस तो अगली चीज़ जिहड़ी सानू चाहिए है नाम अप्रूव कराने लई वो हैगे आ साडे डॉकूमेंट्स जिवें तुहाडी परसनल ते तुहाडी ऑक्यूपेशनल डिटेल्स हैगियां, तुहाडी एजुकेशनल क्वालिफिकेशन, पैन नंबर, पासपोर्ट नंबर, ईमेल एड्रैस, ठीक है, आइडेंटिटी का प्रूफ कोई भी हो सकता है, तुहाडा लाइसेंस, पासपोर्ट, एनीथिंग मे बी यूज्ड, फिर तुहाडा एड्रैस या इस तो अलावा होर डॉकूमेंट्स जिहड़े उस वेले डिमांड किए जाते हैं वो सारे डॉकूमेंट्स भी पूरे होने चाहिए आ, ताकि नेम की अप्रूवल जिहड़ी हैगी आ वो आसानी दे नाल हो सके तो कोई प्रॉब्लम ना आवे। सो ये अज का जिहड़ा टॉपिक सीगा काफ़ी छोटा तो काफ़ी इंटरस्टिंग टॉपिक सीगा, ये अज इत्थे ही कवर हुंदा है। इस दे विचों जिहड़ा प्रश्न साडे सामने आंदा है वो हैगा कि एक वपार नूं नाम देण या नामकरण करन बारे जानकारी दो। सो ये क्वेश्चन जिहड़ा हैगा आई होप कि ये तुहानूं समझ लग गया होगा, बहुत ही ईजी लैंग्वेज विच समझाउण दी कोशिश की गई सी। सो इन द एंड आई वुड लाइक टू से थैंक यू सो मच।